ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਗੂ ਐਜੂਕੇਸ਼ਨ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਪਹਿਲਾ ਸਵਾਲ ਕਰਨ ਤੋਂ ਪਹਿਲਾਂ ਆਪਾਂ ਦੇਖੀਏ ਕੱਲ੍ਹ ਦੀ ਵੀਡੀਓ ਦਾ ਆਪਣਾ ਜੋ ਆਖਰੀ ਸਵਾਲ ਸੀ, ਅੰਤਰਰਾਸ਼ਟਰੀ ਖਿਡਾਰੀਆਂ ਦੇ ਰੇਖਾ ਚਿੱਤਰ ਲਿਖਣ ਵਾਲਾ ਲੇਖਕ ਪ੍ਰਿੰਸੀਪਲ ਸਰਵਨ ਸਿੰਘ। ਇਸ ਲੇਖਕ ਨੂੰ ਪੰਜਾਬੀ ਸਾਹਿਤ ਦਾ ਸਰਵਨ ਪੁੱਤ ਵੀ ਕਿਹਾ ਜਾਂਦਾ। ਇੱਕ ਧਿਆਨ ਦੇਣਾ 29 ਨੰਬਰ ਸਵਾਲ ਸੀ ਕੱਲ੍ਹ ਆਪਣਾ, ਜੋ ਮੇਰੇ ਤੋਂ ਬੋਲਣ ਵਿੱਚ ਗਲਤੀ ਹੋ ਗਈ। 29 ਨੰਬਰ ਸਵਾਲ ਦੇ ਵਿੱਚ ਇਸ ਨੂੰ ਆਪਾਂ ਪੜ੍ਹਿਆ ਸੂਰਤ, ਇਹ ਹੈ ਮੂਰਤ। ਵੈਸੇ ਵੀ ਇਹ ਲਾਈਨ ਵੀ ਕਾਲੀ ਹੈ, ਠੀਕ ਹੈ, ਮੇਰਾ ਆਪਣਾ ਹੀ ਲਿਖਿਆ ਹੋਇਆ ਸੀ। ਮੂਰਤਾਂ ਪੜ੍ਹਨਾ ਇਸ ਨੂੰ। ਪ੍ਰੋਫੈਸਰ ਪ੍ਰੀਤਮ ਸਿੰਘ, ਬਲਵੰਤ ਗਾਰਗੀ, ਅਜੀਤ ਕੌਰ ਤੋਂ ਬਾਅਦ ਜੇ ਕੋਈ ਰੇਖਾ ਚਿੱਤਰ ਪੁੱਛਿਆ ਜਾ ਸਕਦਾ ਤਾਂ ਇਸ ਲੇਖਕ ਦਾ ਪੁੱਛਿਆ ਜਾ ਸਕਦਾ ਮੂਰਤਾਂ। ਕਾਫੀ ਚਰਚਿਤ ਰਿਹਾ ਇਹ ਇਹਨਾਂ ਦਾ ਰੇਖਾ ਚਿੱਤਰ। ਅੱਜ ਦਾ ਆਪਣਾ ਜੋ ਪਹਿਲਾ ਸਵਾਲ ਹੈ, ਸਾਹਿਤ ਦੇ ਸਿਕੰਦਰ ਪੁਸਤਕ ਕਿਸ ਨੇ ਲਿਖੀ? ਇਹ ਗੁਰਬਚਨ ਸਿੰਘ ਭੁੱਲਰ ਦੀ ਕਿਤਾਬ ਹੈ। ਇਹ ਨਿਰੋਲ ਰੇਖਾ ਚਿੱਤਰ ਪੁਸਤਕ ਨਹੀਂ, ਕਿਉਂਕਿ ਇਸ ਵਿੱਚ ਲੇਖਕ ਦੀ ਆਲੋਚਨਾ ਅਤੇ ਲੇਖਕ ਦਾ ਜੀਵਨ ਪ੍ਰਸੰਗ ਹੈ। ਅਗਲਾ ਸਵਾਲ ਆਪਣਾ, ਮਹਾਨ ਪੰਜਾਬੀ ਗਾਇਕਾਂ ਦੇ ਉੱਪਰ ਰੇਖਾ ਚਿੱਤਰ ਲਿਖਣ ਵਾਲਾ ਲੇਖਕ ਹੈ। ਇਹ ਲੇਖਕ ਹੈ ਇਕਬਾਲ ਮਾਹਲ। ਇਸ ਤਰ੍ਹਾਂ ਦੇ ਪ੍ਰਸ਼ਨ UGC ਵਿੱਚ ਪੁੱਛੇ ਜਾਂਦੇ ਆ, ਉੱਥੇ ਸਮਕਾਲੀ ਕਵੀ ਵੀ ਪੁੱਛ ਲਏ ਜਾਂਦੇ ਆ। ਪਰ ਤੁਹਾਡਾ ਜਿਹੜਾ ਸਿਲੇਬਸ ਹੈ ਮਾਸਟਰ ਕੇਡਰ ਦਾ ਜਾਂ ਦਿੱਲੀ ਪੇਪਰ ਦੇ ਰਹੇ ਜਿਹੜੇ ਵਿਦਿਆਰਥੀ, ਉਹ ਤੁਹਾਡਾ BA ਪੱਧਰ ਦਾ। ਪੰਜਾਬੀ ਦੀ ਪਹਿਲੀ ਮੌਲਿਕ ਸਵੈ ਜੀਵਨੀ ਹੈ RC 1958, ਪ੍ਰਿੰਸੀਪਲ ਤੇਜਾ ਸਿੰਘ। ਜੋ ਸਵਾਲ ਇਸ ਸਵੈ ਜੀਵਨੀ ਨਾਲ ਪੁੱਛਿਆ ਜਾਂਦਾ, ਮੇਰੇ ਰੱਬ ਜੀ, ਇਹਨਾਂ ਸ਼ਬਦਾਂ ਨਾਲ ਕਿਹੜੀ ਸਵੈ ਜੀਵਨੀ ਸ਼ੁਰੂ ਹੁੰਦੀ ਹੈ? RC ਜਾਂ ਕਿਸ ਲੇਖਕ ਦੀ ਸਵੈ ਜੀਵਨੀ ਸ਼ੁਰੂ ਹੁੰਦੀ ਹੈ? ਪ੍ਰਿੰਸੀਪਲ ਤੇਜਾ ਸਿੰਘ। ਅਗਲੇ 4-5 ਸਵਾਲਾਂ ਨੂੰ ਧਿਆਨ ਨਾਲ ਦੇਖ ਲੈਣਾ। ਮੇਰੇ ਰੱਬ ਜੀ, ਮੈਥੋਂ ਆਪਣੇ ਬਾਰੇ ਬਹੁਤ ਗੱਲਾਂ ਨਾ ਅਖਵਾਉਣੀਆਂ, ਸਗੋਂ ਬਹੁਤ ਕੁਝ ਉਹਨਾਂ ਘਟਨਾਵਾਂ ਅਤੇ ਵਿਅਕਤੀਆਂ ਬਾਰੇ ਲਿਖਵਾਉਣਾ ਜਿਨ੍ਹਾਂ ਤੋਂ ਮੈਂ ਪ੍ਰਭਾਵਿਤ ਹੋਇਆ ਹਾਂ। ਅਗਲਾ ਸਵਾਲ ਦੇਖੋ, ਆਪਣੀ ਜੀਵਨ ਕਹਾਣੀ ਲਿਖਣ ਦੀ ਗੁਸਤਾਖੀ ਮੈਂ ਕਦੇ ਨਾ ਕਰਦਾ ਜੇ ਇਹ ਕਹਾਣੀ ਬਹੁਤੀ ਦੂਜਿਆਂ ਦੀ ਕਹਾਣੀ ਨਾ ਹੁੰਦੀ। ਇਹ ਸਤਰਾਂ ਕਿਸ ਦੀ ਸਵੈ ਜੀਵਨੀ ਦੀਆਂ ਹਨ? ਗੁਰਬਖਸ਼ ਸਿੰਘ। ਇਹ ਯਾਦ ਰੱਖਣਾ। ਸੁਹਿੰਦਰ ਸਿੰਘ ਵਣਜਾਰਾ ਬੇਦੀ ਤੋਂ ਬਾਅਦ ਕੋਈ ਸਵਾਲ ਪੁੱਛਿਆ ਜਾ ਸਕਦਾ ਤਾਂ ਬਲਵੰਤ ਗਾਰਗੀ ਅਤੇ ਗੁਰਬਖਸ਼ ਸਿੰਘ ਦਾ ਪੁੱਛਿਆ ਜਾ ਸਕਦਾ। ਅਗਲਾ ਸਵਾਲ ਹੈ, ਆਪਣੇ ਆਪ ਨੂੰ ਗੁੰਮਨਾਮ ਆਦਮੀ ਕਿਹਾ ਆਪਣੀ ਸਵੈ ਜੀਵਨੀ ਦੇ ਵਿੱਚ। ਆਪਣਾ ਜੀਵਨ ਲਿਖਣਾ ਕਿਵੇਂ ਵੀ ਸ਼ੋਭਾ ਨਹੀਂ ਦਿੰਦਾ। ਕਿਸ ਨੇ ਆਪਣੀ ਸਵੈ ਜੀਵਨੀ ਬਾਰੇ ਲਿਖਿਆ ਹੈ? ਬਾਬਾ ਸੋਹਣ ਸਿੰਘ ਪਕਣਾ। ਇਹਨਾਂ ਨੇ ਲਿਖਿਆ, ਆਪਣੇ ਆਪ ਨੂੰ ਗੁੰਮਨਾਮ ਆਦਮੀ ਕਿਹਾ। ਅਗਲਾ ਪ੍ਰਸ਼ਨ ਜੋ ਪੁੱਛਿਆ ਜਾਂਦਾ, ਮੇਰਾ ਮਨੋਰਥ ਤੁਹਾਨੂੰ ਸਿਰਫ ਤੱਥ ਦੱਸਣਾ ਨਹੀਂ ਸਗੋਂ ਸੱਚ ਦੱਸਣਾ ਹੈ। ਕਿਸ ਨੇ ਆਪਣੀ ਸਵੈ ਜੀਵਨੀ ਬਾਰੇ ਲਿਖਿਆ ਹੈ? ਬਲਵੰਤ ਗਾਰਗੀ। ਇਹਨਾਂ ਦਾ ਜੋ ਨਾਵਲ ਹੈ ਕੱਕਾ ਰੇਤਾ, ਉਹ ਸਵੈ ਜੀਵਨੀ ਵਰਗਾ ਹੈ। ਇਸ ਵਿੱਚ ਉਹਨਾਂ ਦੇ ਬਚਪਨ ਦੀਆਂ ਘਟਨਾਵਾਂ ਆਪਾਂ ਨੂੰ ਮਿਲਦੀਆਂ। ਨੰਗੀ ਧੁੱਪ ਇਹਨਾਂ ਦੀ ਸਵੈ ਜੀਵਨੀ ਹੈ, ਪਰ ਇਸ ਨੂੰ ਇਹਨਾਂ ਨੇ ਨਾਵਲ ਦੀ ਤਰ੍ਹਾਂ ਲਿਖਿਆ ਸਭ ਕੁਝ ਸੱਚ ਹੈ, ਪਰ ਘਟਨਾਵਾਂ ਅੱਗੇ ਪਿੱਛੇ ਕਰਕੇ ਜਾਂ ਜ਼ਿੰਦਗੀ 'ਚੋਂ ਮੁੱਖ ਘਟਨਾਵਾਂ ਨੂੰ ਜਿਹੜਾ ਪੇਸ਼ ਕਰ ਦਿੱਤਾ ਗਿਆ। ਨੰਗੀ ਧੁੱਪ ਨਾਵਲ ਨੋਵਾਂ ਸਵੈ ਜੀਵਨੀ ਹੈ ਅਤੇ ਇਹਨਾਂ ਦਾ ਕੱਕਾ ਰੇਤਾ ਸਵੈ ਜੀਵਨੀ ਮੂਲਕ ਨਾਵਲ ਵਰਗੀ ਰਚਨਾ, ਠੀਕ ਹੈ, ਪਰ ਉਸ ਨੂੰ ਨਾਵਲ ਹੀ ਮੰਨਿਆ ਜਾਂਦਾ ਕਿਉਂਕਿ ਉਸ ਵਿੱਚ ਇਹਨਾਂ ਨੇ ਕਲਪਨਾ ਹੀ ਕੀਤੀ ਹੈ। ਅਗਲਾ ਪ੍ਰਸ਼ਨ ਆਪਣਾ, ਡਾਕਟਰ ਸਰਦਾਰਾ ਸਿੰਘ ਜੌਹਲ ਦੀ ਸਵੈ ਜੀਵਨੀ। ਇਹ ਬਹੁਤ ਹੀ ਚਰਚਿਤ ਸਵੈ ਜੀਵਨੀ ਹੈ। ਰੰਗਾਂ ਦੀ ਗਾਗਰ। ਇਸ ਵਿੱਚ ਦੱਸਿਆ ਕਹਾਣੀ ਮਿਲਦੀ ਹੈ ਕਿ ਕਿਵੇਂ ਇੱਕ ਗਰੀਬ ਕਿਸਾਨ ਦੇ ਘਰ ਪੈਦਾ ਹੁੰਦਾ, ਮਿਹਨਤ ਅਤੇ ਸੰਘਰਸ਼ ਕਰਦਾ ਅਤੇ ਇੱਕ ਬੁੱਧੀਮਾਨ ਅਤੇ ਸਫਲ ਵਿਅਕਤੀ ਬਣ ਜਾਂਦਾ ਅਤੇ ਆਪਣੇ ਸਮੇਂ ਦੇ ਪ੍ਰਧਾਨ ਮੰਤਰੀਆਂ ਦੀ ਜ਼ਰੂਰਤ ਬਣ ਜਾਂਦਾ, ਕਿਉਂਕਿ ਇਹ ਇੱਕ ਬਹੁਤ ਵੱਡੇ ਅਰਥ ਸ਼ਾਸਤਰੀ ਸੀ। ਇਹ ਇੱਕ ਪ੍ਰੇਰਨਾਦਾਇਕ ਗਾਥਾ, ਰੰਗਾਂ ਦੀ ਗਾਗਰ। ਡਾਕਟਰ ਸਰਦਾਰਾ ਸਿੰਘ ਜੌਹਲ ਇੱਕ ਪ੍ਰਸਿੱਧ ਅਰਥ ਸ਼ਾਸਤਰੀ ਹੋਏ ਹਨ। ਅਗਲਾ ਸਵਾਲ ਦੇਖਦੇ ਹਾਂ ਆਪਾਂ, ਉਮਰ ਦਾ ਪੰਧ। ਇਹ ਸਵੈ ਜੀਵਨੀ ਯਾਦ ਰੱਖਣਾ। ਸੰਤ ਸਿੰਘ ਸੇਖੋਂ ਦੀ ਸਵੈ ਜੀਵਨੀ ਹੈ। ਇਸ ਉੱਪਰ ਪਾਬੰਦੀ ਲਗਾ ਦਿੱਤੀ ਗਈ ਸੀ। ਉਮਰ ਦਾ ਪੰਧ। ਅਗਲੀ ਸਵੈ ਜੀਵਨੀ ਬਾਰੇ ਸੋਹਣ ਸਿੰਘ ਸੀਤਲ
ਦਾ ਕਥਨ ਧਿਆਨਯੋਗ ਹੈ। ਝੂਠ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰੋ, ਸੱਚ ਦਾ ਸਾਥ ਨਾ ਛੱਡੋ, ਪਰ ਜਿਸ ਸੱਚ ਦਾ ਦੂਜੇ ਉੱਤੇ ਮਾੜਾ ਅਸਰ ਪੈਂਦਾ ਹੋਵੇ ਉਸ ਨੂੰ ਥੋੜ੍ਹਾ ਜਿਹਾ ਅੱਖਾਂ ਤੋਂ ਓਹਲੇ ਵੀ ਕਰ ਦਿਓ। ਇਹ ਵਿਚਾਰ ਹੈ ਸਵੈ ਜੀਵਨੀ ਬਾਰੇ। ਅਗਲਾ ਸਵਾਲ ਆਪਣਾ, ਛਾਂਗਿਆ ਰੁੱਖ ਸਵੈ ਜੀਵਨੀ ਦਾ ਲੇਖਕ ਹੈ। ਇਹ ਸਵੈ ਜੀਵਨੀ ਪੁੱਛੀ ਜਾ ਸਕਦੀ ਤੁਹਾਨੂੰ, ਬਹੁਤ ਪ੍ਰਸਿੱਧ ਸਵੈ ਜੀਵਨੀ ਆ, ਬਲਬੀਰ ਮਾਧੋਪੁਰੀ ਦੀ ਸਵੈ ਜੀਵਨੀ ਹੈ। ਦਲਿਤ ਜਾਤੀਆਂ ਨਾਲ ਹੁੰਦੇ ਵਿਤਕਰੇ, ਗਰੀਬੀ, ਮਾਨਸਿਕ ਪੀੜਾ, ਸ਼ੋਸ਼ਣ ਅਤੇ ਉਹਨਾਂ ਦੀ ਜ਼ਿੰਦਗੀ ਦੀਆਂ ਅਮਾਨਵੀ ਸਥਿਤੀਆਂ ਦਾ ਵਰਣਨ ਮਿਲਦਾ ਇਸ ਦੇ ਵਿੱਚ ਆਪਾਂ ਨੂੰ। ਬਲਬੀਰ ਮਾਧੋਪੁਰੀ, ਠੀਕ ਹੈ। ਇੱਕ ਗੈਰ ਹਾਜ਼ਰ ਆਦਮੀ, ਇਸ ਸਵੈ ਜੀਵਨੀ ਦੇ ਵਿੱਚ ਪ੍ਰੇਮ ਗੋਰਖੀ ਦੀ ਸਵੈ ਜੀਵਨੀ ਹੈ ਇਹ ਵਾਲੀ, ਠੀਕ ਹੈ। ਇੱਕ ਗੈਰ ਹਾਜ਼ਰ ਆਦਮੀ, ਇਹ ਵੀ ਇਸੇ ਤਰ੍ਹਾਂ ਬਲਬੀਰ ਮਾਧੋਪੁਰੀ ਦੀ ਸਵੈ ਜੀਵਨੀ ਵਰਗੀ ਸਵੈ ਜੀਵਨੀ ਹੈ। ਇਸ ਨੂੰ ਵੀ ਇਸੇ ਹੀ ਪ੍ਰਸੰਗ ਵਿੱਚ ਵਿਚਾਰਿਆ ਜਾ ਸਕਦਾ ਹੈ, ਮਤਲਬ ਦਲਿਤ ਜਾਤੀਆਂ ਦੇ ਨਾਲ ਹੁੰਦੇ ਵਿਤਕਰੇ ਵਾਲੀਆਂ ਘਟਨਾਵਾਂ ਨੂੰ ਇਸ ਵਿੱਚ ਵੀ ਰੱਖਿਆ ਗਿਆ, ਵਿਚਾਰਿਆ ਜਾ ਸਕਦਾ। ਅਗਲੇ ਸਵਾਲ ਆ ਜਿਹੜੇ, ਇਹਨਾਂ ਨੂੰ ਵੈਸੇ ਹੀ ਸਮਝ ਲੈਣਾ। ਪੰਜਾਬੀ ਵਿੱਚ ਡਾਇਰੀ ਲਿਖਣ ਦਾ ਸਭ ਤੋਂ ਪਹਿਲਾਂ ਕਿਸ ਲੇਖਕ ਦੇ ਨਾਲ ਜੁੜਦਾ ਹੈ? ਗੁਰਬਖਸ਼ ਸਿੰਘ ਪ੍ਰੀਤਲੜੀ ਜੋ, ਇਹਨਾਂ ਨੇ ਸਭ ਤੋਂ ਪਹਿਲਾਂ ਡਾਇਰੀ ਵਿਧਾ ਜਿਹੜੀ ਲਿਖੀ ਹੈ ਪੰਜਾਬੀ ਦੇ ਵਿੱਚ। ਇਕਾਂਤ ਵਿੱਚ ਆਪੇ ਨਾਲ ਕੀਤਾ ਆਤਮ ਸੰਵਾਦ, ਇਸ ਨੂੰ ਕਿਹਾ ਜਾਂਦਾ ਡਾਇਰੀ। ਇਹ ਸਤਰ ਪੁੱਛੀ ਜਾ ਸਕਦੀ ਹੈ, ਠੀਕ ਹੈ। ਡਾਇਰੀ ਸਾਹਿਤ ਰੂਪ ਕਿਹੜਾ ਹੈ, ਤਾਂ ਇਹ ਸਤਰ ਦਿੱਤੀ ਹੋ ਸਕਦੀ ਹੈ। ਇਸ ਵਿੱਚ ਬੰਦਾ ਸਵੈ ਮੁਲਾਂਕਣ ਕਰਦਾ ਹੋਇਆ ਆਪਣੀਆਂ ਘਾਟਾਂ ਨੂੰ ਚਿਤਰਦਾ ਅਤੇ ਆਪਣੇ ਆਪ ਨੂੰ ਸਵਾਰਨ ਦਾ ਪ੍ਰਣ ਕਰਦਾ, ਯਤਨ ਕਰਦਾ। ਇਹ ਡਾਇਰੀ ਸਾਹਿਤ ਰੂਪ ਹੈ ਇਸ ਤਰ੍ਹਾਂ ਦਾ। ਤੇਵਾ ਰੇਖ ਦੇ ਜ਼ਿੰਦਗੀ, ਇਹ ਕਿਤਾਬ ਪੁੱਛੀ ਜਾ ਸਕਦੀ ਤੁਹਾਨੂੰ। ਪੁਸਤਕ ਸੰਬੰਧਿਤ ਹੈ, ਡਾਇਰੀ ਵਿਧਾ ਦੇ ਨਾਲ ਸੰਬੰਧਿਤ ਹੈ, ਜੋ ਬਚਿੱਤ ਕੌਰ ਦੀ ਰਚਨਾ ਹੈ। ਪਰ ਧਿਆਨ ਦੇਣਾ, ਇਸ ਨੂੰ ਡਾਇਰੀ ਵਿਧਾ ਦੀ ਬਜਾਏ ਸੰਸਮਰਨ ਵਿੱਚ ਵਿਚਾਰਨਾ ਵਧੇਰੇ ਉਚਿਤ ਹੈ। ਇਸੇ ਤਰ੍ਹਾਂ ਬਲਰਾਜ ਸਾਹਨੀ ਦੀ ਪੁਸਤਕ ਹੈ ਮੇਰੀ ਗੈਰ ਜਜ਼ਬਾਤੀ ਡਾਇਰੀ। ਵਿਧਾ ਪੱਖੋਂ ਇਹ ਸੰਸਮਰਨ ਦੇ ਵਧੇਰੇ ਨੇੜੇ ਆ, ਨਾ ਕਿ ਡਾਇਰੀ ਦੇ। ਪਰ ਪਾਸ਼ ਦੀ ਜਿਹੜੀ ਡਾਇਰੀ ਮਿਲਦੀ ਆ ਉਹ ਅਸਲ ਵਿੱਚ ਡਾਇਰੀ ਵਿਧਾ ਦੇ ਨੇੜੇ ਵਧੇਰੇ ਆ। ਪਾਸ਼ ਦੀ ਡਾਇਰੀ ਡਾਇਰੀ ਵਿਧਾ ਦੇ ਵਧੇਰੇ ਨਜ਼ਦੀਕ ਹੈ। ਡਾਇਰੀ ਬਾਰੇ ਪਾਸ਼ ਦੇ ਵਿਚਾਰ ਵੀ ਦੇਖ ਲਵੋ। ਡਾਇਰੀ ਲਿਖਣਾ ਆਪਣੇ ਆਪ ਨੂੰ ਹਿਸਾਬ ਦੇਣਾ ਵੀ ਹੁੰਦਾ ਹੈ ਅਤੇ ਘਟਨਾਵਾਂ ਦਾ ਹਿਸਾਬ ਕਰਨਾ ਵੀ। ਪਾਸ਼ ਸਵੈ ਜੀਵਨੀ, ਯਾਦਾਂ, ਸਫ਼ਰਨਾਮਾ, ਡਾਇਰੀ ਅਲੱਗ-ਅਲੱਗ ਸਾਹਿਤ ਰੂਪ ਹਨ। ਡਾਇਰੀ ਅਤੇ ਯਾਦਾਂ ਨੂੰ ਕੁਝ ਲੇਖਕਾਂ ਨੇ ਖਲਤ ਮਲਤ ਵੀ ਕਰ ਦਿੱਤਾ, ਮਤਲਬ ਇੱਕ ਦੂਜੇ ਦੀ ਥਾਂ 'ਤੇ ਰਲਗੱਡ ਕਰਨਾ ਅਤੇ ਇੱਕ ਹੁੰਦਾ ਇੱਕ ਦੂਜੇ ਦੀ ਥਾਂ ਵਰਤ ਲਿਆ। ਪਰ ਕੁਝ ਲੇਖਕ ਅਜਿਹੇ ਵੀ ਆ ਜਿਨ੍ਹਾਂ ਨੇ ਯਾਦਾਂ ਅਤੇ ਸੰਸਮਰਨ ਨੂੰ ਅਲੱਗ-ਅਲੱਗ ਵਿਧਾ ਦੇ ਪੱਖੋਂ ਸਥਾਪਿਤ ਵੀ ਕਰ ਦਿੱਤਾ। ਉੱਪਰਲੇ ਪ੍ਰਸ਼ਨਾਂ ਨੂੰ ਯਾਦ ਕਰ ਲੈਣਾ, ਪਾਸ਼ ਨਾਲ ਸੰਬੰਧਿਤ ਪ੍ਰਸ਼ਨ ਪੁੱਛਿਆ ਜਾ ਸਕਦਾ, ਠੀਕ ਹੈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।